ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਚਵਰ ਛਤਰ ਤਖਤਾਂ ਦੇ ਮਾਲਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸੰਨ ਸਾਹਿਬ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ। ਆਪ ਸਭ ਸੰਗਤ ਨੇ ਗੁਰਬਾਣੀ ਸਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਮਿਹਰਾਮਤ ਕਰਨ। ਗੁਰਬਾਣੀ ਸਾਡੇ ਹਿਰਦਿਆਂ ਵਿੱਚ ਵਸੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਜੇ ਇੱਕ ਸ਼ਬਦ ਵੀ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਇਹ ਮਨੁੱਖ ਜਿਹੜਾ ਬਾਰ-ਬਾਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ। ਜੇ ਆਪਣੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਾਮ ਸ਼ਬਦ ਹੈ, ਇੱਕ ਸ਼ਬਦ ਹੀ ਪਰਮਾਤਮਾ ਦਾ ਹਿਰਦੇ ਵਿੱਚ ਵਸਾਵੇ, ਤਾਂ ਇਸ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਇੱਕ ਚਿੱਤ ਲਾ ਕਰਕੇ ਇੱਕ ਛਿਨ ਦਾ ਸਮਾਂ ਵੀ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਹ ਕਦੇ ਵੀ ਕਾਲ ਦੀ ਫਾਏ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਪਰ ਗੱਲ ਇਹ ਹੈ ਕਿ ਜਿੰਨਾ ਚਿਰ ਸਾਡਾ ਮਨ ਨਹੀਂ ਜੁੜਦਾ, ਸੁਰਤ ਨਹੀਂ ਜੁੜਦੀ, ਓਨਾ ਚਿਰ ਸ਼ਬਦ ਸਾਡੇ ਹਿਰਦੇ ਵਿੱਚ ਵਸਦਾ ਨਹੀਂ। ਜਿਸ ਤਰ੍ਹਾਂ ਧਾਗੇ ਤੋਂ ਬਗੈਰ ਸੂਈ ਜਿਹੜੀ ਹੁੰਦੀ ਹੈ ਉਹ ਅੰਨੀ ਹੁੰਦੀ ਹੈ। ਕੱਪੜੇ ਦੇ ਵਿੱਚ ਜਿੰਨੀ ਮਰਜ਼ੀ ਸੂਈ ਕੱਲੀ ਜਿਹੜੀ ਉਹਨੂੰ ਨਗਾਈ ਜਾਓ ਤੇ ਕਦੇ ਕੱਪੜਾ ਜਿਹੜਾ ਉਹ ਸੀਪਦਾ ਨਹੀਂ। ਜਿੰਨਾ ਚਿਰ ਸੂਈ ਦੇ ਅੰਦਰ ਧਾਗਾ ਨਹੀਂ ਪੈਂਦਾ, ਓਨਾ ਚਿਰ ਕੱਪੜੇ ਨੂੰ ਕਦੇ ਤੋਪਾ ਨਹੀਂ ਲੱਗਦਾ, ਕੱਪੜਾ ਕਦੇ ਸੀਪਦਾ ਨਹੀਂ ਆ। ਇਸ ਕਰਕੇ ਜਿੰਨਾ ਚਿਰ ਸਾਡੀ ਸੁਰਤ ਤੇ ਸ਼ਬਦ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਧਾਗਾ ਨਹੀਂ ਪੈਂਦਾ, ਓਨਾ ਚਿਰ ਸਾਡਾ ਪਰਮਾਤਮਾ ਦੇ ਨਾਲ ਮਨ ਜਿਹੜਾ ਉਹ ਜੁੜਦਾ ਨਹੀਂ। ਇਸ ਕਰਕੇ ਖੇਡ ਸਾਰੀ ਬਣਦੀ ਹੈ। ਜੇ ਸਾਡਾ ਮਨ ਟਿਕ ਜਾਵੇ ਤੇ ਮਨ ਤਾਂ ਹੀ ਟਿਕੇਗਾ ਜੇ ਅਸੀਂ ਯਤਨ ਕਰਾਂਗੇ, ਸਤਿਗੁਰਾਂ ਅੱਗੇ ਬੇਨਤੀ ਅਰਦਾਸ ਕਰਾਂਗੇ ਕਿ ਡੰਡੌਤ ਬੰਦਨਾ ਅਣਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਇਹ ਮਨੁੱਖ ਤਾਂ ਹੀ ਡੋਲਣ ਤੋਂ ਬਚ ਸਕਦਾ ਹੈ, ਵਿਕਾਰਾਂ ਦੀ ਮੈਲ ਵਿੱਚ ਜਾਣ ਤੋਂ ਤਾਂ ਬਚ ਸਕਦਾ ਹੈ ਜੇ ਉਹ ਪਰਮਾਤਮਾ ਪੂਰਨ ਆਪਣਾ ਹੱਥ ਦੇ ਸਿਰ ਤੇ ਰੱਖ ਦੇਵੇ। ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਮਨੁੱਖ ਦਾ ਉਦੋਂ ਹੀ ਵਸ ਵਿੱਚ ਆਉਂਦਾ ਜਦੋਂ ਸਤਿਗੁਰੂ ਜੀ ਪੂਰਨ ਕਿਰਪਾ ਕਰ ਦਿੰਦੇ ਹਨ। ਕੁਝ ਸਮਾਂ ਆਪਾਂ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਸ਼ਬਦ ਦਾ ਧਿਆਨ ਧਰ ਕੇ ਗੁਰਬਾਣੀ ਦੀ ਵਿਚਾਰ ਕਰੀਏ। ਸਾਰੇ ਜਾਣੇ ਰਲ ਕਰਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ
शहीदां दे सरताज, बाणी के बोहित, शांति दे पुंज, कल जुग जहाज अर्जन गुर, सगल सृष्ट लग बेहतर हो। कल जुग दे जहाज गुरु अर्जन देव, गुरु अर्जन प्रतख हर, साडे ते दया कर रहा, सानू फरमान बख्शिश कीता है। 675 ते 76 अंग ते सुभाएमान। धनासरी राग दे अंदर पंजवें पातशाह गुरु अर्जन देव महाराज जी फरमाउण लगे हन, दीन दर्द निवार ठाकुर, राखै जन की आप। गुरु अर्जन देव महाराज जी साडा विश्वास जिहड़ा उन्होंने पक्का करदा है, दृढ़ कि वो परमात्मा अकाल पुरख वाहिगुरु जेड़े गरीब हन, दीन हन, जेड़ा मनुख गरीब बन के आउंदा है, हम सर दीन दयाल न तुम सर, अब पतियार क्या कीजै। कि सतगुरु जी साडे वर्गा कोई दीन नहीं है, गरीब नहीं है, तेरे वर्गा कोई दयालु नहीं है। जदों मनुख सतगुरु परमात्मा अगे बेनती करदा है, पर गल यह है कि इस मनुख नूं अपने अहंकार नूं छड्ड करके निमरता धारण करनी पवेगी, दीन बनना पवेगा। कि सतगुरु अगे हाथ जोड़ करके निमाणापन लियाउणा पवेगा। जे मनुख अपने अहंकार दे घोड़े ते चढ़िया रवे ते फिर ये मनुख दियां ਜਿਹੜੀਆਂ गलतियां ਹਨ, गलतियां करके भी जे मनुख अपनी गलती नूं गलती नहीं मनदा, फिर ਜਿਹੜਾ माफ़ी देन वाला है वो माफ़ी नहीं दिंदा। जे मनुख हाथ जोड़ लवे कि सतगुरु जी साडे वर्गा दीन कोई नहीं है, तुहाडे वर्गा दयालु कोई नहीं है, फिर वो परमात्मा किरपा करदा है, साडे दीनां दा जिहड़ा दर्द आ दुख आ उहनूं वो परमात्मा दूर कर दिंदा। घट घट के अंतर की जानत, भले बुरे की पीर पछानत, वो साडे दुखां नूं जानन वाला है, घट घट दियां वो जानन वाला है। परमात्मा जानदा है कि इस मनुख दी किन्नी क अंदर पीड़ा है, दर्द है, किहड़े दुखां विच घिरिया है। सतगुरु जी किरपा कर दिंदे हन, गरीब अनाथ जिहड़े मनुख हन उन्हां दा दर्द दुख जिहड़े हन वो सारे दूर कर दिंदे हन। राखै जन की आप, वो परमात्मा अपने जन दी सेवक दी आप लाज रखदा है, पैज रखदा है। जिस तरह परमात्मा ने भगत प्रहलाद दी लाज रखी है, द्रौपदी दी लाज रखी है, जिस तरह सुदामे दी श्री कृष्ण जी ने लाज रखी है, इत्थे तरह वो परमात्मा गणकां नूं जिहड़ा पार उतारन वाला है, पापियां नूं इस भवजल सागर तो पार करदा है। वो अपने जन दी सेवक दी परमात्मा आप लाज रखदा है, हर संकट तो बचाउंदा है ते दीनां दे गरीबां दी वो दुख दूर करदा है। तरन तारन हर निध दुख न सकै व्याप, वो परमात्मा इस भवजल सागर संसार तो तारन वास्ते जहाज दा काम करदा है। वो परमात्मा जेड़ा मनुख इस भवजल सागर संसार नूं पार करना चाहुंदा, उन्हों गुरु दी शरण विच आउणा पवेगा। गुरु दे नाम दे जहाज ते चढ़ेगा तां इस भवजल सागर संसार तो पार हो सकदा है। इस संसार समुंदर दी न्याई है। सतगुरु जी कहंदे कि कदी इस मनुख ने यतन कीता है इस भवजल सागर संसार तो तरन वास्ते, जप तप संयम धर्म ना कमाया, सेवा साध ना जानिया हर राया, कहो नानक हम नीच करम, सरन परे की राखो शर्मा। कि सतगुरु जी असीं जप नहीं कीता, तप नहीं कीता, कोई संयम नहीं रखिया, तो यह मनुख किस तरह इस भवल सागर तो संसार पार हो सकता है। जे मनुख गुरु दे जहाज विच चढ़ जावे, शब्द दा अभ्यास करे, नाम जपे, तां इस उस परमात्मा इनू भवजल सागर संसार तो पार करदा है।
ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ। ਸਤਿਗੁਰੂ ਜੀ ਕਹਿੰਦੇ ਕਿ ਕਦੇ ਤੂੰ ਉਦਮ ਕਰ ਕਿ ਇਹ ਜਿਹੜਾ ਸਰੰਜਾਮ ਭਵਜਲ ਸਾਗਰ ਸੰਸਾਰ ਹੈ, ਇਹਨੂੰ ਤਰਨ ਵਾਸਤੇ ਉਦਮ ਕਰ। ਉਹ ਪਰਮਾਤਮਾ ਸੁੱਖਾਂ ਦਾ ਖਜ਼ਾਨਾ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ। ਜਿਹੜਾ ਉਸ ਪਰਮਾਤਮਾ ਦੇ ਨਾਮ ਦੇ ਜਹਾਜ਼ ਵਿੱਚ ਬਹਿ ਜਾਂਦਾ ਹੈ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਆ ਅਤੇ ਕਦੇ ਉਹਨੂੰ ਦੁੱਖ ਕੋਈ ਵਿਆਪਦਾ ਨਹੀਂ ਆ। ਸਾਧੂ ਸੰਗ ਭਜੋ ਗੋਪਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਗੁਰੂ ਕੀ ਸੰਗਤ ਵਿੱਚ ਆ, ਗੁਰੂ ਕੇ ਸੰਗਤ ਵਿੱਚ ਬੈਠ ਕਰਕੇ ਉਸ ਪਰਮਾਤਮਾ ਦਾ ਭਜਨ ਨਾਮ ਸਿਮਰਨ ਜਪ, ਉਹੀ ਇਸ ਮਨੁੱਖ ਨੂੰ ਪਾਰ ਲਾਉਣ ਵਾਲਾ ਹੈ। ਇਹ ਸੰਗਤ ਦੀ ਵਡਿਆਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸੀ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜੇ ਗੁਰੂ ਕੇ ਸੰਗਤ ਵਿੱਚ ਆ ਜਾਂਦੇ ਹਨ, ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਨਾਮ ਜਪਦੇ ਹਨ, ਉਹ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਹਨ। ਸਾਧੂ ਸੰਗ ਭਜੋ ਗੋਪਾਲ। ਗੁਰੂ ਕੀ ਸੰਗਤ ਵਿੱਚ ਆਣ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ ਰਹਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਤੇਰੀ ਸੰਗਤ ਤੋਂ ਬਗੈਰ, ਗੁਰੂ ਕੀ ਸੰਗਤ ਤੋਂ ਬਗੈਰ ਹੋਰ ਕੋਈ ਵੀ ਸੰਜਮ ਜਿਹੜਾ ਤਰੀਕਾ ਉਹ ਸਾਨੂੰ ਸੁਝਦਾ ਨਹੀਂ ਕਿ ਕਿਸ ਤਰ੍ਹਾਂ ਇਸ ਸੰਸਾਰ ਤੋਂ ਅਸੀਂ ਪਾਰ ਹੋ ਸਕਦੇ ਹਾਂ। ਇਹ ਜਮਾਂ ਦੀਆਂ ਫਾਈਆਂ, ਕਾਲ ਦੀਆਂ ਫਾਈਆਂ ਜਿਹੜੀਆਂ ਤੇਰੀ ਸੰਗਤ ਕੀਤਿਆਂ ਹੀ ਟੁੱਟ ਸਕਦੀਆਂ ਹਨ, ਭੱਜ ਸਕਦੀਆਂ ਹਨ। ਮਨੁੱਖ ਇਸ ਜਨਮ ਮਰਨ ਤੋਂ ਬਚ ਸਕਦਾ ਹੈ। ਹੋਰ ਕੋਈ ਵੀ ਸੰਜਮ ਜਿਹੜਾ ਤਰੀਕਾ ਉਹ ਮਨੁੱਖ ਦੇ ਕੰਮ ਨਹੀਂ ਆਉਂਦਾ। ਸਿਰਫ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਤੇ ਪਰਮਾਤਮਾ ਦਾ ਨਾਮ ਸਿਮਰਨ ਹੀ ਇਸ ਮਨੁੱਖ ਨੂੰ ਪਾਰ ਲਾਉਣ ਵਾਲਾ ਹੈ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਉਹ ਪਰਮਾਤਮਾ ਆਦ ਤੋਂ ਲੈ ਕਰਕੇ ਅੰਤ ਤੱਕ ਪੂਰਨ ਹੈ। ਪਰਮਾਤਮਾ ਕਦੇ ਘਟਦਾ ਨਹੀਂ। ਦੁਨੀਆ 'ਤੇ ਹਰ ਚੀਜ਼ ਪੈਦਾ ਹੁੰਦੀ ਹੈ, ਸਮਾਂ ਪੈਂਦਾ ਹੈ, ਚੀਜ਼ ਦਾ ਸਮਾਂ ਆਉਂਦਾ ਹੈ ਅਤੇ ਉਹ ਮੁੱਕ ਜਾਂਦੀ, ਖਤਮ ਹੋ ਜਾਂਦੀ ਹੈ। ਜੇ ਇਨਸਾਨ ਪੈਦਾ ਹੁੰਦਾ ਹੈ, ਇਹਦੀ ਮਨੁੱਖ ਦੀ ਉਮਰ ਸਤਿਗੁਰਾਂ ਨੇ ਜਿਹੜੀ ਉਹ ਲਿਖੀ ਹੈ। ਇਹ ਮਨੁੱਖ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬਿਰਧ ਹੋ ਕਰਕੇ ਫਿਰ ਉਹ ਜਿਹੜੇ ਦਰ ਘਰ ਤੋਂ ਆਇਆ ਸੀ, ਇਹਨੂੰ ਮੌਤ ਜਿਹੜੀ ਉਹ ਲੈ ਜਾਂਦੀ ਹੈ। ਪਰ ਪਰਮਾਤਮਾ ਜਿਹੜਾ ਉਹ ਆਦ ਤੋਂ ਲੈ ਕਰਕੇ ਅੰਤ ਤੱਕ ਪੂਰਨ ਹੈ। ਉਹ ਕਦੇ ਪਰਮਾਤਮਾ ਘਟਦਾ ਨਹੀਂ ਹੈ। ਉਹ ਪੂਰਨ ਆ ਅਤੇ ਦਿਆਲੂ ਆ, ਤਿਸ ਬਿਨਾ ਨਹੀਂ ਕੋਏ। ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਉਸ ਪਰਮਾਤਮਾ ਦੇ ਬਰਾਬਰ ਦਾ ਨਹੀਂ ਦਿੰਦਾ, ਕਿਉਂਕਿ ਉਹ ਪਰਮਾਤਮਾ ਹੀ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਸਵਾਸ ਬਖਸ਼ਣ ਵਾਲਾ ਹੈ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਸਾਜੀ ਆ। ਉਸ ਤੋਂ ਬਿਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਕੋਈ ਵੀ ਨਹੀਂ ਜਿਹੜਾ ਉਹਦੀ ਬਰਾਬਰੀ ਕਰੇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਐਸੇ ਪਰਮਾਤਮਾ ਦਾ ਨਾਮ ਜਪ ਕਰਕੇ, ਸਿਮਰਨ ਕਰਕੇ ਤੇ ਆਪਣਾ ਜਨਮ ਮਰਨ ਮਨੁੱਖ ਜਿਹੜਾ ਉਹ ਮਿਟਾ ਸਕਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਕੀਤਿਆਂ ਹੀ ਮਨੁੱਖ ਦੇ ਜਨਮ ਮਰਨ ਦੀ ਨਿਵਰਤੀ ਹੁੰਦੀ ਆ। ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ। ਸਤਿਗੁਰੂ ਜੀ ਕਹਿੰਦੇ ਕਿ 4 ਵੇਦ ਹਨ। ਚਾਰੇ ਵੇਦਾਂ ਦੇ ਵਿੱਚ ਇਹੋ ਹੀ ਵਿਚਾਰਿਆ ਕਿ ਗੁਰੂ ਦਾ ਨਾਮ ਸਿਮਰਨ ਲੈ ਕਰਕੇ, ਸਿਮਰਨ ਜਪ ਕਰਕੇ ਮਨੁੱਖ ਦੀ ਗਤੀ ਹੋ ਸਕਦੀ, ਜਨਮ ਮਰਨ ਤੋਂ ਇਹ ਮਨੁੱਖ ਨਿਵਾਰਿਆ ਜਾਵੇਗਾ। 27 ਸਿਮਰਤੀਆਂ ਹਨ, 4 ਵੇਦ ਹਨ, 6 ਸ਼ਾਸਤਰ ਹਨ, 18 ਪੁਰਾਣ ਹਨ। ਉਹਨਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇਸੇ ਗੱਲ ਦੀ ਵਿਚਾਰ ਆ ਕਿ ਜੇ ਮਨੁੱਖ ਪਰਮਾਤਮਾ ਦਾ ਨਾਮ ਜਪੇ ਤਾਂ ਇਸ ਭਵਜਲ ਸਾਗਰ ਤੋਂ ਪਾਰ ਹੋ ਸਕਦਾ ਹੈ। ਹੋਰ ਕੋਈ ਵੀ ਤਰੀਕਾ ਨਹੀਂ, ਸੰਜਮ ਨਹੀਂ ਆ ਕਿ ਇਹ ਮਨੁੱਖ ਦੀਆਂ ਕਾਲ ਦੀਆਂ ਫਾਈਆਂ ਕੱਟੀਆਂ ਜਾ ਸਕੇ। ਸਤਿਗੁਰੂ ਜੀ ਕਹਿੰਦੇ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਕਿ ਹੁਣ ਕਲਯੁਗ ਦਾ ਸਮਾਂ ਹੈ ਅਤੇ ਇੱਕ ਪਰਮਾਤਮਾ ਦੇ ਨਾਮ ਦਾ ਬੀਜ ਆ, ਇਹਨੂੰ ਬੀਜਣਾ ਕਰੋ। ਜਿਹੜੇ ਬਾਕੀ ਯੁੱਗ ਹੋਏ ਹਨ, ਸਤਿਯੁਗ, ਤ੍ਰੇਤਾ ਅਤੇ ਦੁਆਪਰ,
ਇਹਨਾਂ ਦੇ ਵਿੱਚ ਕਿਤੇ ਸੱਚ ਬੋਲਿਆ ਜਾਂਦਾ ਸੀ ਤਾਂ ਮਨੁੱਖ ਦੀ ਗਤੀ ਹੁੰਦੀ, ਕਿਤੇ ਬੜੇ ਬੜੇ ਜੱਗ ਕੀਤੇ ਜਾਂਦੇ ਸੀ ਤਾਂ ਇਹ ਮਨੁੱਖ ਭਵਜਲ ਸਾਗਰ ਸੰਸਾਰ ਤੋਂ ਪਾਰ ਹੁੰਦਾ ਸੀ। ਪਰ ਸਤਿਗੁਰੂ ਜੀ ਕਹਿੰਦੇ ਹੁਣ ਕਲ ਯੁੱਗ ਦਾ ਸਮਾਂ ਹੈ, ਇੱਕ ਨਾਮ ਦਾ ਬੀਜ ਮਨੁੱਖ ਜੇ ਬੀਜੇਗਾ ਤਾਂ ਇਸ ਭਵਜਲ ਸਾਗਰ ਤੋਂ ਪਾਰ ਹੋ ਸਕਦਾ ਹੈ। ਭਾਵੇਂ 4 ਵੇਦ ਹਨ, ਸਿਮਰਤੀਆਂ ਤੇ ਪੁਰਾਣ ਸ਼ਾਸਤਰ ਹਨ, ਜਿਹੜੇ ਭਗਤ ਜਨ ਹਨ ਉਹ ਵੀ ਇਸੇ ਗੱਲ ਦੀ ਵਿਚਾਰ ਕਰਦੇ ਹਨ ਕਿ ਗੁਰੂ ਦਾ ਨਾਮ ਜਪ ਕਰਕੇ ਹੀ ਇਹ ਮਨੁੱਖ ਪਾਰ ਹੋ ਸਕਦਾ ਹੈ। ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ। ਜਦੋਂ ਇਹ ਮਨੁੱਖ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ, ਇਹਦੇ ਅੰਦਰ ਦਾ ਜਿਹੜਾ ਹਨੇਰਾ ਸੀ ਉਹ ਮਿਟਾ ਕਰਕੇ ਚਾਨਣ ਤੇ ਪ੍ਰਕਾਸ਼ ਹੋ ਜਾਂਦਾ ਹੈ ਤੇ ਗੁਰੂ ਕੀ ਸੰਗਤ ਵਿੱਚ ਬੈਠਣ ਕਰਕੇ ਇਹ ਮਨੁੱਖ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਜਨਮ ਮਰਨ ਤੋਂ ਮੁਕਤੀ ਪਾ ਲੈਂਦਾ ਹੈ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਜਿਹੜੇ ਪਰਮਾਤਮਾ ਦੇ ਜਨ ਹਨ, ਸੇਵਕ ਹਨ, ਉਹ ਪਰਮਾਤਮਾ ਦੇ ਚਰਨਾਂ ਤੇ ਕਮਲਾਂ ਦਾ ਹੀ ਉਹਨਾਂ ਨੂੰ ਆਸਰਾ ਹੈ। ਉਹਨਾਂ ਦੀ ਰਾਸ ਪੂੰਜੀ ਜਿਹੜੀ ਉਹ ਪਰਮਾਤਮਾ ਦੇ ਚਰਨ ਤੇ ਨਾਮ ਸਿਮਰਨ ਹੈ। ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਜਿਹੜੇ ਪਰਮਾਤਮਾ ਦੇ ਜਨ ਹਨ, ਅਕਾਲ ਪੁਰਖ ਦਾ ਨਾਮ ਜਪਣ ਵਾਲੇ ਹਨ, ਪਰਮਾਤਮਾ ਹੀ ਉਹਨਾਂ ਦਾ ਤਾਣ ਹੈ, ਪਰਮਾਤਮਾ ਹੀ ਉਹਨਾਂ ਦਾ ਮਾਣ ਆ। ਉਹ ਪਰਮਾਤਮਾ ਦਾ ਦੀਵਾਨ ਜਿਹੜਾ ਉਹ ਸੱਚਾ ਹੈ, ਤਖਤ ਸੱਚਾ ਹੈ। ਨਾਨਕ ਕੀ ਪ੍ਰਭ ਟੇਕ। ਇਹ ਨਾਨਕ ਉਹ ਪਰਮਾਤਮਾ ਦੀ ਹੀ ਟੇਕ ਲੈ ਕਰਕੇ ਜਨ ਮਨੁੱਖ ਉਸ ਪਰਮਾਤਮਾ ਨੂੰ ਧਿਆਉਣ ਵਾਲੇ ਜੀਂਦੇ ਹਨ ਤੇ ਉਹਨਾਂ ਦਾ ਬਲ, ਤਾਣ, ਆਸਰਾ, ਮਾਣ ਸਾਰਾ ਕੁਝ ਉਸ ਪਰਮਾਤਮਾ ਦਾ ਹੀ ਆਸਰਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫਰਮਾਨ ਅੰਦਰ ਇਹ ਗੱਲ ਸਮਝਾਈ ਆ ਕਿ ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਇਸ ਮਨੁੱਖ ਦਾ ਛੁਟਕਾਰਾ ਨਹੀਂ। ਇਹ ਤਤ ਦੀ ਗੱਲ ਆ ਕਿ ਸਤਿਗੁਰਾਂ ਨੇ ਇਹ ਤਤ ਕੱਢ ਕੇ ਸਾਨੂੰ ਦੱਸ ਦਿੱਤਾ ਹੈ ਕਿ ਇਹ ਕਲਯੁਗ ਦੇ ਅੰਦਰ ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮਾਤਮਾ ਦੇ ਭਜਨ ਨਾਮ ਸਿਮਰਨ ਤੋਂ ਬਗੈਰ ਇਸ ਮਨੁੱਖ ਦਾ ਛੁਟਕਾਰਾ ਨਹੀਂ ਹੋ ਸਕਦਾ। ਧਰਮ ਦੇ ਕਰਮ ਕਰਨੇ ਬੜੀ ਚੰਗੀ ਗੱਲ ਆ। ਜੇ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਅਸੀਂ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਸਕਦੇ ਹਾਂ। ਦਾਨ ਪੁੰਨ ਵੀ ਮਨੁੱਖ ਨੂੰ ਕਰਨਾ ਚਾਹੀਦਾ, ਪਰ ਸਾਰਿਆਂ ਨੂੰ ਸ੍ਰੇਸ਼ਟ ਪਰਮਾਤਮਾ ਦਾ ਦਾਨਾ ਸਰਦਾਨ ਨਾਮਦਾਨ ਹੈ, ਜਿਹੜਾ ਅਸੀਂ ਰੋਜ਼ ਅਰਦਾਸ ਵਿੱਚ ਮੰਗਦੇ ਹਾਂ। ਸਤਿਗੁਰੂ ਜੀ ਕਹਿੰਦੇ ਕਿ ਜੇ ਕੋਈ ਇੱਕ ਛਿਨ ਇੱਕ ਚਿੱਤ ਵੀ ਪਰਮਾਤਮਾ ਦਾ ਨਾਮ ਧਿਆਵੇ, ਫਿਰ ਇਹ ਕਾਲ ਦੇ ਵਿੱਚ ਨਹੀਂ ਆਉਂਦਾ। ਇਹਦੀਆਂ ਕਾਲ ਦੀਆਂ ਫਾਈਆਂ ਕੱਟੀਆਂ ਜਾਂਦੀਆਂ। ਜਿਹੜੇ ਪਰਮਾਤਮਾ ਦੇ ਭਗਤ ਆ ਜਾਣੇ ਆ, ਉਹਨਾਂ ਦੀ ਸਤਿਗੁਰੂ ਆਪ ਲਾਜ ਰੱਖਦੇ ਆ, ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਆ। ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਤਾਣ, ਮਾਣ, ਆਸਰਾ ਹੈ। ਬਾਲਿਆ ਉਸ ਪਰਮਾਤਮਾ ਦੀ ਹੀ ਟੇਕ ਜਨ ਪਰਮਾਤਮਾ ਨੂੰ ਧਿਆਉਣ ਵਾਲੇ ਲੈਂਦੇ ਹਨ। ਸ਼ਾਸਤਰ, ਪੁਰਾਣ, ਜਿੰਨੇ ਵੀ ਧਰਮ ਗ੍ਰੰਥ ਹਨ, ਉਹ ਇੱਕੋ ਗੱਲ ਦੀ ਵਿਚਾਰ ਦਿੰਦੇ ਆ ਕਿ ਜੇ ਗੁਰੂ ਕੀ ਸੰਗਤ ਵਿੱਚ ਮਨੁੱਖ ਆਵੇਗਾ, ਪਰਮਾਤਮਾ ਦਾ ਨਾਮ ਜਪੇਗਾ, ਤਾਂ ਇਹਦਾ ਛੁਟਕਾਰਾ ਹੋ ਸਕਦਾ ਹੈ। ਸਤਿਗੁਰੂ ਜੀ ਦਇਆ ਕਰਨ, ਮਿਹਰਾਮਤ ਕਰਨ, ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਗੁਰਬਾਣੀ ਦੇ ਅਨੁਸਾਰ ਅਸੀਂ ਆਪਣਾ ਜੀਵਨ ਜਿਹੜਾ ਉਹ ਜੀਣ ਦੀ ਕੋਸ਼ਿਸ਼ ਕਰੀਏ, ਤਾਂ ਹੀ ਸਾਡਾ ਆਇਆ ਸਫਲ ਹੈ। ਸਤਿਗੁਰੂ ਜੀ ਦਇਆ ਕਰਨ, ਮਿਹਰਾਮਤ ਕਰਨ, ਆਪਣੇ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਨ ਮਾਨ ਦੀਵਾਨ ਸਾਚਾ,
ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ